हाँ प्यारे विद्यार्थियों, ਅੱਜ ਦੀ ਆਨਲਾਈਨ ਜਮਾਤ ਦੇ ਵਿੱਚ ਆਪਾਂ ਤੁਹਾਡਾ 10ਵੀਂ ਜਮਾਤ ਦਾ ਪੰਜਾਬੀ ਵਿਆਕਰਨ ਦੇ ਦੋ ਉਪ ਵਿਸ਼ੇ ਲਏ ਨੇ, ਜਿਹਦੇ ਵਿੱਚ ਇੱਕ ਹੈਗਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੇ ਦੂਸਰਾ ਹੈਗਾ ਵਿਰੋਧਾਰਥਕ ਸ਼ਬਦ। ਆਪਾਂ ਇਹਨਾਂ ਦਾ ਅਧਿਐਨ ਕਰਾਂਗੇ। ਹੁਣ ਜਿਹੜਾ ਪਹਿਲਾ ਆਪਣਾ ਉਪ ਵਿਸ਼ਾ ਆਪਾਂ ਲਿਆ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇਹਨਾਂ ਨੂੰ ਸਿੱਖਣ ਦਾ ਕੀ ਮਹੱਤਵ ਹੁੰਦਾ। ਜਦੋਂ ਅਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਸਿੱਖ ਲੈਂਦੇ ਆ ਤਾਂ ਸਾਡੀ ਭਾਸ਼ਾ ਤੇ ਪਕੜ ਬਣਦੀ ਹੈ, ਸਾਡੀ ਜਿਹੜੀ ਬੋਲੀ ਆ, ਜਿਹੜੀ ਸਾਡੀ ਭਾਸ਼ਾ ਦੀ ਉਹ ਅਮੀਰ ਹੁੰਦੀ ਆ, ਸਾਡੇ ਕੋਲ ਸ਼ਬਦ ਭੰਡਾਰ ਜਿਹੜਾ ਉਹ ਵੱਧ ਜਾਂਦਾ। ਇਹ ਬਿਲਕੁਲ ਜਦੋਂ ਆਪਾਂ ਇਹਨਾਂ ਦੀ ਵਰਤੋਂ ਕਰਦੇ ਆ ਆਪਣੀ ਬੋਲਚਾਲ ਦੇ ਵਿੱਚ, ਆਪਣੀ ਲਿਖਤ ਦੇ ਵਿੱਚ, ਇਹ ਇਸ ਤਰ੍ਹਾਂ ਹੀ ਆ ਜਿਵੇਂ ਕਿ ਇੱਕ ਬਹੁਤ ਵੱਡਾ ਵਪਾਰੀ ਹੁੰਦਾ ਜਿਹੜਾ ਉਹ ਆਪਣੇ ਕੋਲ ਛੋਟੇ ਨੋਟ ਰੱਖਣ ਦੀ ਬਜਾਏ ਉਹ ਵੱਡੇ ਨੋਟ ਰੱਖਦਾ। ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਵੇਲੇ ਲੱਖਾਂ ਰੁਪਇਆ ਜੇਬ 'ਚ ਹੀ ਪਾ ਕੇ ਲੈ ਜਾਂਦਾ। ਤੇ ਦੂਸਰੇ ਪਾਸੇ ਜਿਹੜਾ ਇੱਕ ਵਿਦਵਾਨ ਵਿਅਕਤੀ ਆ, ਜਿਹਦੀ ਭਾਸ਼ਾ ਤੇ ਪਕੜ ਆ, ਜਿਹਦੇ ਕੋਲ ਸ਼ਬਦ ਭੰਡਾਰ ਆ, ਜਿਹਦੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਉੱਪਰ ਪਕੜ ਆ, ਉਹ ਥੋੜੇ ਸ਼ਬਦਾਂ 'ਚ ਹੀ ਲੱਖਾਂ ਦੀ ਗੱਲ ਕਹਿ ਜਾਂਦਾ। ਇਸ ਕਰਕੇ ਇਹਨੂੰ ਸਿੱਖਣ ਦਾ ਮਹੱਤਵ ਹੋਰ ਵੀ ਵੱਧ ਜਾਂਦਾ। ਇਹ ਸਿਰਫ ਤੇ ਸਿਰਫ ਆਪਾਂ ਇਸ ਲਈ ਨਹੀਂ ਸਿੱਖ ਰਹੇ ਕਿ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਨੇ ਤੇ ਤੁਹਾਨੂੰ ਪੇਪਰਾਂ 'ਚ ਆਉਣਗੇ ਤੇ ਤੁਸੀਂ ਨੰਬਰ ਲੈਣੇ ਆ। ਇਹ ਤੁਹਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੀ ਗੱਲ ਵੀ ਆ। ਜਦੋਂ ਵੀ ਤੁਸੀਂ ਕੋਈ ਬਹੁਤੇ ਲੰਮੀ ਚੌੜੀ ਗੱਲ ਕਹਿਣੀ ਆ, ਉਹਦੀ ਬਜਾਏ ਤੁਸੀਂ ਘੱਟ ਸ਼ਬਦਾਂ 'ਚ ਗੱਲ ਤਾਂ ਹੀ ਕਹਿ ਸਕੋਗੇ ਜੇ ਤੁਹਾਨੂੰ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਆਉਂਦੇ ਨੇ। ਇਹ ਹੁਨਰ ਪੈਦਾ ਕਰਨਾ ਪੈਂਦਾ ਆਪਣੇ ਅੰਦਰ। ਤੁਹਾਨੂੰ ਪਾਠਕ੍ਰਮ ਦੇ ਵਿੱਚ ਜਿੰਨੇ ਕੁ ਵੀ ਹੈਗੇ ਨੇ ਆਪਾਂ ਇਹਨਾਂ ਦਾ ਅਧਿਐਨ ਕਰਦੇ ਹਾਂ ਕਿਤਾਬ ਦੇ ਉੱਪਰ ਹੀ। ਜਿਵੇਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਤੁਹਾਡੀ ਪੰਜਾਬੀ ਵਿਆਕਰਨ ਦੀ ਕਿਤਾਬ ਹੈ, ਇਹਦੇ ਪੰਨਾ ਨੰਬਰ 136 ਦੇ ਉੱਪਰ ਦਿੱਤੇ ਹੋਏ ਨੇ ਇਹ ਕੀਤੇ ਨੂੰ ਜਾਣਨ ਵਾਲਾ। ਹੁਣ ਇੱਥੇ ਕਿਸੇ ਕੰਮ ਨੂੰ ਕੀਤੇ ਦੀ ਗੱਲ ਨਹੀਂ ਹੈਗੀ, ਇੱਥੇ ਹੈਗਾ ਅਸਲ ਵਿੱਚ ਕਿਸੇ ਦੇ ਉਪਕਾਰ ਨੂੰ ਜਾਣਨ ਵਾਲਾ। ਮੰਨ ਲਓ ਕਿਸੇ ਨੇ ਕਿਸੇ ਤੇ ਕੋਈ ਅਹਿਸਾਨ ਕਰਤਾ, ਕਿਸ ਦਾ ਉਪਕਾਰ ਜਾਣਿਆ, ਤਾਂ ਉਹਨੂੰ ਆਪਾਂ ਕਹਿੰਦੇ ਆ ਕਿਰਤੱਗ। ਕਿਰਤੱਗ ਯਾਨੀ ਧੰਨਵਾਦੀ ਵਿਅਕਤੀ ਜਿਹੜਾ ਹੁੰਦਾ। ਇਸ ਕਰਕੇ ਕੀਤੇ ਨੂੰ ਜਾਣਨ ਵਾਲਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਪਾਂ ਕੀ ਵਰਤਾਂਗੇ, ਕਿਰਤੱਗ। ਦੂਸਰਾ ਹੈਗਾ ਕੀਤੇ ਨੂੰ ਨਾ ਜਾਣਨ ਵਾਲਾ। ਇੱਥੇ ਦਾ ਮਤਲਬ ਆ ਕਿ ਜੋ ਵਿਅਕਤੀ ਕਿਸੇ ਦਾ ਅਹਿਸਾਨ ਜਾਂ ਕਿਸੇ ਦਾ ਉਪਕਾਰ ਭੁਲਾ ਦਿੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਅਕਿਰਤਕਣ। ਅੱਗੇ ਆ ਜਾਂਦਾ ਆਪਣੇ ਕੋਲੇ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਹੈ ਜਾਂ ਲਗਾਤਾਰ ਹੁੰਦਾ ਰਹੇ, ਉਹਨੂੰ ਆਪਾਂ ਕਹਿੰਦੇ ਆ ਅਖੰਡ ਪਾਠ। ਅਖੰਡ ਪਾਠ ਕਿਉਂ ਕਹਿੰਦੇ ਨੇ? ਇਹਦੇ ਵਿੱਚ ਵੀ ਇੱਕ ਦੇਖੋ, ਹੁਣ ਖੰਡ ਦਾ ਮਤਲਬ ਹੁੰਦਾ ਟੋਟੇ। ਜਦੋਂ ਟੋਟਿਆਂ ਦੇ ਵਿੱਚ ਕੋਈ ਪਾਠ ਹੋਵੇ ਤਾਂ ਉਹਨੂੰ ਆਪਾਂ ਕਹਿੰਦੇ ਆ ਖੰਡ। ਖੰਡ ਖੰਡ ਕੀਤਾ ਹੋਇਆ। ਤਾਂ ਜਦੋਂ ਅਖੰਡ ਕਹਿੰਦੇ ਆ, ਉਹਦਾ ਵਿਰੋਧੀ ਸ਼ਬਦ ਅੱਗੇ ਆੜਾ ਲਾ ਕੇ, ਅਗੇਤਰ ਲਾ ਕੇ ਆਪਾਂ ਅਖੰਡ, ਮਤਲਬ ਜਿਹੜਾ ਟੁੱਟਵਾਂ ਨਾ ਹੋਵੇ, ਲਗਾਤਾਰ ਚੱਲੇ, ਤਾਂ ਉਸਨੂੰ ਆਪਾਂ ਕਹਿੰਦੇ ਆ ਅਖੰਡ ਪਾਠ। ਅਗਲਾ ਆ ਜਾਂਦਾ ਜੋ ਕਦੇ ਨਾ ਥੱਕੇ, ਅਣਥੱਕ। ਇਸ ਤਰ੍ਹਾਂ ਦੇ ਬਹੁਤ ਵਿੱਚ ਸੌਖੇ ਵੀ ਨੇ ਜਿਹੜੇ ਤੁਹਾਨੂੰ ਪਤਾ ਹੀ ਹੋਣਗੇ। ਪਹਿਲਾਂ ਜਿਹੜੀ ਗੱਲ ਬਹੁਤ ਵਧਾ ਚੜਾ ਕੇ ਆਖੀ ਜਾਵੇ ਉਹਨੂੰ ਅਸੀਂ ਕਹਿੰਦੇ ਆ ਅਤਿ ਕਥਨੀ। ਜਿਵੇਂ ਮੰਨ ਲਓ ਕੋਈ ਵਿਅਕਤੀ, ਕੋਈ ਸ਼ਾਇਰ ਕੋਈ ਆਪਣੀ ਕਵਿਤਾ ਦੇ ਵਿੱਚ ਕਹਿ ਦੇ ਵੀ ਸੂਰਜ ਨੂੰ ਮੁੱਠੀ ਵਿੱਚ ਫੜਿਆ, ਧਰਤੀ ਨੂੰ ਮੈਂ ਸੰਗਲ ਪਾਇਆ। ਵੀ ਸੂਰਜ ਨੂੰ ਮੁੱਠੀ ਵਿੱਚ ਫੜਿਆ, ਧਰਤੀ ਨੂੰ ਮੈਂ ਸੰਗਲ ਪਾਇਆ, ਜਿਹੜਾ ਇਹ ਅਤਿ ਕਥਨੀ ਹੈ, ਬਹੁਤ ਵਧਾ ਚੜਾ ਕੇ ਕਹੀ ਹੋਈ ਗੱਲ ਆ। ਇਸ ਕਰਕੇ ਜਿਹੜੀ ਗੱਲ ਵਧਾ ਚੜਾ ਕੇ ਆਖੀ ਜਾਵੇ ਉਹਨੂੰ ਅਸੀਂ ਕਹਿੰਦੇ ਆ ਅਤਿ ਕਥਨੀ। ਅੱਗੇ ਆ ਜਾਂਦਾ ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਮਿਲ ਕੇ ਗਾਉਣ, ਉਹਨੂੰ ਆਪਾਂ ਕਹਿੰਦੇ ਆ ਸਹਿਗਾਨ। ਉਹਨੂੰ ਆਪਾਂ ਕਹਿੰਦੇ ਆ ਸਹਿਗਾਨ। ਆਮ ਤੁਸੀਂ ਇੰਗਲਿਸ਼ ਦੇ ਵਿੱਚ ਡਿਊਟ ਜਾਂ ਗਰੁੱਪ Song ਵੀ ਕਹਿੰਦੇ ਨੇ, ਪੰਜਾਬੀ ਦੇ ਵਿੱਚ ਉਹਨੂੰ ਸਹਿਗਾਨ ਕਿਹਾ ਜਾਂਦਾ, ਜਿਹਨੂੰ ਦੋ ਜਾਂ ਦੋ ਤੋਂ ਵੱਧ ਜਾਣੇ ਮਿਲ ਕੇ ਇਕੱਠੇ ਗਾਉਂਦੇ ਆ। ਸਾਰਿਆਂ ਦੀ ਸਾਂਝੀ ਜਾਂ ਮਿਲਵੀਂ ਰਾਏ ਕੀ ਹੁੰਦੀ ਹੈ? ਸਰਬਸੰਮਤੀ। ਜਦੋਂ 10 ਜਣੇ ਬੈਠੇ ਆ, ਸਾਰਿਆਂ ਦੀ ਕਿਸੇ ਇੱਕ ਵਿਸ਼ੇ ਦੇ ਉੱਪਰ ਰਾਏ ਸਾਂਝੀ ਬਣ ਗਈ ਤਾਂ ਉਹਨੂੰ ਅਸੀਂ ਕਹਾਂਗੇ ਸਰਬਸੰਮਤੀ ਹੋ ਗਈ। ਤੁਸੀਂ ਦੇਖਿਆ ਉਹ ਬਹੁਤੇ ਪਿੰਡਾਂ ਦੇ ਵਿੱਚ ਵੀ ਜਦੋਂ ਸਾਰਾ ਪਿੰਡ ਕਹਿੰਦੇ ਵੀ ਫਲਾਣੇ ਬੰਦੇ ਨੂੰ ਸਰਪੰਚ ਬਣਾਉਣਾ, ਤਾਂ ਉਹ ਸਰਪੰਚ ਚੁਣਿਆ ਜਾਂਦਾ ਬਿਨਾਂ ਵੋਟਾਂ ਦੀ। ਤਾਂ ਆਪਾਂ ਕਹਿ ਦਿੰਦੇ ਆ ਉਹ ਸਰਬਸੰਮਤੀ ਨਾਲ ਹੀ ਸਰਪੰਚ ਚੁਣਿਆ ਜਾਂਦਾ। ਸਰਬਸੰਮਤੀ ਮਤਲਬ ਕੀ ਹੁੰਦਾ? ਸਾਰਿਆਂ ਦੀ ਸਾਂਝੀ ਰਾਏ। ਆਪਣੇ ਜੀਵਨ ਦਾ ਹਾਲ। ਜਦੋਂ ਕੋਈ ਲੇਖਕ ਕਿਸੇ ਕਿਤਾਬ ਦੇ ਵਿੱਚ ਆਪਣੇ ਸਾਰੇ ਜੀਵਨ ਦਾ ਹਾਲ ਲਿਖਦਾ, ਬਚਪਨ ਤੋਂ ਲੈ ਕੇ ਹੁਣ ਤੱਕ ਦਾ, ਤਾਂ ਉਹਨੂੰ ਆਪਾਂ ਕਹਿੰਦੇ ਆ ਸਵੈ ਜੀਵਨੀ। ਇੰਗਲਿਸ਼ 'ਚ ਆਟੋਬਾਇਓਗ੍ਰਾਫੀ ਕਹਿ ਦਿੰਦੇ ਹੋ ਤੇ ਪੰਜਾਬੀ 'ਚ ਆਪਾਂ ਕਹਿੰਦੇ ਆ ਸਵੈ ਜੀਵਨੀ। ਤੇ ਉਹੀ ਜੀਵਨ ਕਹਾਣੀ ਜਦੋਂ ਲੇਖਕ ਆਪ ਲਿਖਦਾ ਉਦੋਂ ਤਾਂ ਆਪਾਂ ਸਵੈ ਜੀਵਨੀ ਕਹਿੰਦੇ ਆ। ਜਦੋਂ ਕਿਸੇ ਦੀ ਜੀਵਨ ਕਹਾਣੀ ਨੂੰ ਕੋਈ ਹੋਰ ਵਿਅਕਤੀ ਲਿਖਦਾ ਉਦੋਂ ਉਹਨੂੰ ਜੀਵਨੀ ਕਿਹਾ ਜਾਂਦਾ। ਇਹ ਯਾਦ ਰੱਖਣਾ, ਜੀਵਨੀ ਤੇ ਸਵੈ ਜੀਵਨੀ 'ਚ ਕੀ ਫਰਕ ਆ। ਜੀਵਨੀ ਕੋਈ ਹੋਰ ਵਿਅਕਤੀ ਲਿਖਦਾ, ਸਵੈ ਜੀਵਨੀ ਲੇਖਕ ਖੁਦ ਲਿਖਦਾ। ਅੱਗੇ ਆ ਜਾਂਦਾ ਇੱਕ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਹੈਗਾ। ਮੰਨ ਲਓ ਇੱਕ ਦੇਸ਼ ਦੀ ਹਕੂਮਤ ਆ, ਉਹ ਬਾਕੀ ਹੋਰ ਦੇਸ਼ਾਂ ਦੇ ਉੱਪਰ ਵੀ ਆਪਣੀ ਹਕੂਮਤ ਜਿਹੜੀ ਉਹ ਕਾਇਮ ਕਰ ਰਿਹਾ, ਹਕੂਮਤ ਆਪਣੀ ਚਲਾ ਰਿਹਾ, ਉਹਨੂੰ ਆਪਾਂ ਕਹਿੰਦੇ ਆ ਸਾਮਰਾਜਵਾਦ। ਜਿਵੇਂ ਹੁਣ ਅੱਜ ਕੱਲ੍ਹ ਜਿਹੜਾ ਹੈਗਾ ਆਪਣੇ ਪੂਰੀ ਦੁਨੀਆ ਦੇ ਵਿੱਚ ਦੇਖੀਏ ਆਪਾਂ ਵਿਸ਼ਵ ਦੇ ਨਕਸ਼ੇ ਤੇ, ਅਮਰੀਕਾ ਇੱਕ ਸਾਮਰਾਜੀ ਮੁਲਕ ਆ ਜਿਹੜਾ ਕਿ ਹੋਰ ਦੇਸ਼ਾਂ ਦੇ ਉੱਪਰ ਵੀ ਆਪਣੀ ਹਕੂਮਤ ਚਲਾ ਰਿਹਾ। ਸਾਮਰਾਜਵਾਦ ਕਹਿੰਦੇ ਆ ਉਹਨੂੰ। ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ, ਉਹਨੂੰ ਅਸੀਂ ਕਹਿੰਦੇ ਆ ਸ਼ਹੀਦ। ਜੇ ਕੋਈ ਵਿਅਕਤੀ ਆਪਣੀ ਜਾਨ ਕੁਰਬਾਨ ਕਰ ਦਿੰਦਾ ਜਾਂ ਮਰ ਜਾਂਦਾ, ਉਹਨੂੰ ਸ਼ਹੀਦ ਨਹੀਂ ਕਿਹਾ ਜਾਂਦਾ। ਇੱਥੇ ਇਹ ਧਿਆਨ ਰੱਖਣਾ ਵੀ ਕਿਸੇ ਉੱਚੇ ਆਦਰਸ਼ ਲਈ, ਕਿਸੇ ਚੰਗੇ ਕੰਮ ਲਈ ਜਾਨ ਦੇਣ ਵਾਲਾ, ਕੁਰਬਾਨ ਹੋਣ ਵਾਲੇ ਨੂੰ ਹੀ ਸ਼ਹੀਦ ਕਿਹਾ ਜਾਂਦਾ। ਅਗਲਾ ਆ ਜਾਂਦਾ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ। ਜਦੋਂ ਆਪਾਂ ਕਿਸੇ ਦੇ ਪ੍ਰਤੀ ਕੋਈ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ, ਸੀਸ ਝੁਕਾਉਂਦੇ ਹਾਂ, ਉਹਨੂੰ ਨਮਸਕਾਰ ਕਰਦੇ ਹਾਂ, ਉਹਨੂੰ ਆਪਾਂ ਕਹਿੰਦੇ ਆ ਸ਼ਰਧਾਂਜਲੀ। ਅੱਗੇ ਆ ਜਾਂਦਾ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ। ਕੋਈ ਲੇਖਕ ਨੇ ਕੋਈ ਸੋਹਣੀ ਕਿਤਾਬ ਲਿਖੀ, ਉਹਦੀ ਸਭ ਤੋਂ ਉੱਤਮ ਕਿਤਾਬ,
ਕੋਈ ਚਿੱਤਰਕਾਰ ਆ ਉਹਦੀ ਸਭ ਤੋਂ ਉੱਤਮ ਤਸਵੀਰ ਜਿਹੜੀ ਪੇਂਟਿੰਗ ਉਹਨੇ ਬਣਾਈ ਹੈ, ਕੋਈ ਬੁੱਤ ਘੜਾ ਗਾ ਉਹਦੀ ਬੁੱਤ ਤਰਾਸ਼ੀ ਦਾ ਕੋਈ ਸਭ ਤੋਂ ਉੱਤਮ ਨਮੂਨਾ, ਜਿਹੜਾ ਉਹਨਾਂ ਚੀਜ਼ਾਂ ਨੂੰ ਆਪਾਂ ਕਹਿੰਦੇ ਆ ਸ਼ਾਹਕਾਰ। ਜਿਵੇਂ ਤੁਸੀਂ 8ਵੀਂ ਜਮਾਤ ਦੇ ਵਿੱਚ ਪਿੱਛੇ ਪੜ੍ਹ ਕੇ ਆਏ ਹੋ, ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ, ਵੀ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਦੇ ਵਿੱਚ ਜਿਹੜੀ ਸਭ ਤੋਂ ਸੌਖੀ ਤੇ ਪ੍ਰਭਾਵਸ਼ਾਲੀ ਜਿਹੜੀ ਰਚਨਾ ਜੀ ਉਹ ਸੁਖਮਨੀ ਸਾਹਿਬ ਆ। ਇਸ ਕਰਕੇ ਕਿਸੇ ਲੇਖਕ ਜਾਂ ਕਲਾਕਾਰ ਦੀ ਜਿਹੜੀ ਸਭ ਤੋਂ ਉੱਤਮ ਰਚਨਾ ਹੁੰਦੀ ਹੈ ਉਹਨੂੰ ਸ਼ਾਹਕਾਰ ਕਿਹਾ ਜਾਂਦਾ। ਸਭ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਹਰਮਨ ਪਿਆਰਾ। ਜਿਵੇਂ ਹੁਣ ਛੋਟੇ ਬੱਚੇ ਸਭ ਦੇ ਮਨਾਂ ਨੂੰ ਪਿਆਰੇ ਲੱਗਦੇ ਨੇ, ਇਸ ਕਰਕੇ ਉਹ ਆਪਾਂ ਕਹਿੰਦੇ ਆ ਕਿ ਉਹ ਹਰਮਨ ਪਿਆਰੇ ਨੇ। ਜੋ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਆਪ ਕਰੇ, ਦੂਜਿਆਂ ਦੇ ਬੋਝ ਨਾ ਬਣੇ। ਜਿਹੜਾ ਵਿਅਕਤੀ ਆਪਣੇ ਖਰਚੇ ਜੋਗੇ ਪੈਸੇ ਆਪ ਕਮਾਉਂਦਾ, ਆਪਣੇ ਲੋੜਾਂ ਦੀ ਪੂਰਤੀ ਖੁਦ ਕਰਦਾ, ਉਹ ਕਿਸੇ ਦੂਸਰੇ ਤੇ ਬੋਝ ਨਹੀਂ ਬਣਦਾ, ਉਹਨੂੰ ਆਪਾਂ ਕਹਿੰਦੇ ਆ ਉਹਦੇ ਲਈ ਬਹੁਤੇ ਸ਼ਬਦ ਹੈ। ਇੱਕ ਸ਼ਬਦ ਕੀ ਹੁੰਦਾ? ਆਤਮ ਨਿਰਭਰ। ਉਹ ਆਤਮ ਨਿਰਭਰ, ਆਪਣੇ ਆਪ ਤੇ ਨਿਰਭਰ ਆ। ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ ਕੌਮਾਂਤਰੀ। ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲੇ ਨੂੰ ਕੀ ਕਹਿੰਦੇ ਆਪਾਂ? ਕੌਮਾਂਤਰੀ। ਕੌਮਾਂਤਰੀ ਦਾ ਮਤਲਬ ਜਿਹੜੇ ਹੁਣ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਕਰ ਲੈਂਦੇ ਨੇ ਲੋਕ, ਉਹਨਾਂ ਨੂੰ ਆਪਾਂ ਕੌਮਾਂਤਰੀ ਕਹਿੰਦੇ ਆ। ਜਿਵੇਂ ਹੁਣ ਸ਼ਹੀਦ ਭਗਤ ਸਿੰਘ ਆ, ਉਹਨੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦਿੱਤੀ ਆ, ਉਹਨੂੰ ਸਾਰੇ ਕਹਿੰਦੇ ਨੇ, ਉਹਨੂੰ ਹਿੰਦੂ ਵੀ ਕਹਿੰਦੇ ਨੇ ਉਹ ਸਾਡਾ, ਉਹਨੂੰ ਸਿੱਖ ਵੀ ਕਹਿੰਦੇ ਨੇ ਉਹ ਸਾਡਾ, ਉਹਨੂੰ ਮੁਸਲਮਾਨ ਵੀ ਕਹਿੰਦੇ ਨੇ ਉਹ ਸਾਡਾ। ਸ਼ਹੀਦ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ, ਇਸ ਕਰਕੇ ਉਹ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਵਾਲਾ ਸ਼ਹੀਦ ਆ ਸਾਡਾ। ਅੱਗੇ ਆ ਜਾਂਦਾ ਆਪਣੇ ਕੋਲੇ ਕਿਸੇ ਸਵਾਰਥ ਅਧੀਨ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਨ ਵਾਲਾ। ਕੋਈ ਕਿਸੇ ਦੀ ਪ੍ਰਸ਼ੰਸਾ ਕਰਕੇ ਆਪਣਾ ਸਵਾਰਥ ਪੂਰਾ ਕਰਨਾ ਚਾਹੁੰਦਾ ਹੋਵੇ, ਕਿਸੇ ਸਵਾਰਥ ਕਰਕੇ ਉਹ ਦੂਜੇ ਦੀ ਬਿਨਾਂ ਗੱਲ ਤੋਂ ਹੀ ਜਾਣ ਕੇ ਝੂਠੀ ਪ੍ਰਸ਼ੰਸਾ ਕਰਦਾ ਰਹੇ, ਉਹਦੇ ਲਈ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਹੁੰਦਾ ਖੁਸ਼ਾਮਦੀ। ਅੱਗੇ ਆ ਜਾਂਦਾ ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਂਦਾ ਹੈ। ਜਿਵੇਂ ਹੁਣ ਆਪਣੇ ਦੇਸ਼ ਦੇ ਵਿੱਚ ਕੀ ਆ, ਲੋਕ ਨੇ ਜਿਹੜੇ ਉਹ ਵੋਟਾਂ ਪਾ ਕੇ ਆਪਣਾ ਪ੍ਰਤੀਨਿਧ ਚੁਣਦੇ ਨੇ, ਤੇ ਉਹ ਅੱਗੇ ਪ੍ਰਤੀਨਿਧ ਜਿਹੜੇ ਉਹ ਆਪਣੇ ਵਿੱਚੋਂ ਕਿਸੇ ਇੱਕ ਪ੍ਰਤੀਨਿਧ ਨੂੰ ਕਿਸੇ ਉੱਚੇ ਅਹੁਦੇ ਜਿਵੇਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਅਹੁਦੇ ਤੇ ਨਿਯੁਕਤ ਕਰਦੇ ਨੇ। ਇਸ ਕਰਕੇ ਜੋ ਰਾਜ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਵੇ ਉਹਨੂੰ ਆਪਾਂ ਕਹਿੰਦੇ ਆ ਗਣਤੰਤਰ। ਜੋ ਧੋਖਾ ਦੇਵੇ ਤੇ ਔਖ ਵੇਲੇ ਸਾਥ ਛੱਡ ਜਾਵੇ ਉਹਨੂੰ ਗਦਾਰ ਕਹਿੰਦੇ ਨੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਉਹਨੂੰ ਆਪਾਂ ਕਹਿੰਦੇ ਆ ਘੱਲੂਘਾਰਾ। ਇਹ ਵੀ ਯਾਦ ਰੱਖਣਾ, ਘੱਲੂਘਾਰਾ, ਜਿੱਥੇ ਬਹੁਤ ਸਾਰੇ ਵਿਅਕਤੀ ਮਾਰੇ ਜਾਣ, ਬਹੁਤ ਕਤਲੇਆਮ ਹੋਵੇ। ਅੱਗੇ ਆ ਜਾਂਦਾ, ਇਹ ਬਿਲਕੁਲ ਸੌਖੇ ਨੇ ਦੋਨੋਂ, ਚੌਂ ਪੈਰਾਂ ਵਾਲਾ ਪਸ਼ੂ ਚੌਪਾਇਆ ਤੇ ਚੌਂ ਮੂੰਹਾਂ ਵਾਲਾ ਚੌਮੁਖੀਆ। ਜਿਹੜਾ ਵਿਅਕਤੀ ਕਦੇ ਇੱਕ ਧੜੇ ਨਾਲ ਹੋਵੇ ਕਦੇ ਦੂਜੇ ਧੜੇ ਨਾਲ, ਉਹਨੂੰ ਆਪਾਂ ਕਹਿੰਦੇ ਚੁਫੇਰ ਗੜੀਆ। ਹੁਣ ਇਹ ਵੀ ਦੋ ਸ਼ਬਦ ਨੇ। ਚੁਫੇਰ ਦਾ ਮਤਲਬ ਚਾਰੇ ਪਾਸੇ, ਗੜੀਆ ਮਤਲਬ ਗੜ ਕਿਲੇ ਤੋਂ ਹੁੰਦਾ ਗਾ, ਜਿਹਦੇ ਚਾਰੇ ਪਾਸੇ ਕਿਲੇ ਨੇ ਜਾਂ ਚਾਰੇ ਪਾਸੇ ਆਪੋ ਆਪਣੇ ਸਥਾਨ ਬਣਾ ਕੇ ਸਾਰਿਆਂ ਦੇ ਪੱਖ ਦੀ, ਕਦੇ ਕਿਸੇ ਕਨੀ ਹੋ ਜਾਂਦਾ ਕਦੇ ਕਿਸੇ ਵੱਲ ਹੋ ਜਾਂਦਾ, ਉਹਨੂੰ ਆਪਾਂ ਕਹਿੰਦੇ ਚੁਫੇਰ ਗੜੀਆ। ਤੇ ਇੱਥੇ ਹੁਣ ਮੈਂ ਦੁਬਾਰਾ ਪੜ੍ਹਦਾ, ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਜਿਹੜਾ ਕਦੇ ਇੱਕ ਧੜੇ ਨਾਲ ਹੋਵੇ ਕਦੇ ਦੂਜੇ ਧੜੇ ਨਾਲ, ਉਹਨੂੰ ਆਪਾਂ ਕਹਿ ਦਿੰਦੇ ਆ ਚੁਫੇਰ ਗੜੀਆ। ਅੱਗੇ ਆ ਜਾਂਦਾ ਵਸਤਾਂ ਭਾਰੀ ਮੁਨਾਫੇ ਦੇ ਕਰਕੇ ਨਿਯਤ ਭਾਅ ਤੋਂ ਵੱਧ ਜਾਂ ਚੋਰੀ ਛਿਪੇ ਵੇਚਣ ਤੇ ਖਰੀਦਣ ਦਾ ਜਿਹੜਾ ਕੰਮ ਉਹਨੂੰ ਕੀ ਕਹਿ ਦਿੰਦਾ। ਹੁਣ ਮੈਂ ਦੁਬਾਰਾ ਪੜ੍ਹਦਾ, ਥੋੜਾ ਤੁਹਾਨੂੰ ਔਖਾ ਲੱਗੂਗਾ ਇਹ। ਵਸਤਾਂ ਨੂੰ ਭਾਰੀ ਮੁਨਾਫੇ ਖਾਤਰ ਨਿਸ਼ਚਿਤ ਕੀਤੇ ਭਾਅ ਤੋਂ ਵੱਧ ਚੋਰੀ ਛੁਪੇ ਵੇਚਣਾ ਜਾਂ ਖਰੀਦਣਾ, ਉਹਨੂੰ ਕੀ ਕਹਿੰਦੇ ਆਪਾਂ? ਚੋਰ ਬਜ਼ਾਰੀ। ਉਹਨੂੰ ਕਹਿੰਦੇ ਆ ਚੋਰ ਬਜ਼ਾਰੀ। ਅਗਲਾ ਆ ਜਾਂਦਾ ਜਿੱਥੇ ਪੈਸੇ ਰੁਪਏ ਤੇ ਸਿੱਕੇ ਬਣਾਏ ਜਾਂਦੇ ਨੇ, ਉਹਨੂੰ ਟਕਸਾਲ ਕਹਿੰਦੇ ਆ। ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਜਦੋਂ 7ਵੀਂ 8ਵੀਂ ਦੇ ਵਿੱਚ ਵੀ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਪੜ੍ਹ ਕੇ ਆਏ ਹੋ, ਉੱਥੇ ਆਉਂਦਾ ਇਹ। ਜਿੱਥੇ ਸਿੱਕੇ ਘੜੇ ਜਾਂਦੇ ਨੇ ਜਾਂ ਪੈਸੇ ਰੁਪਏ ਬਣਾਏ ਜਾਂਦੇ ਨੇ ਉਹਨੂੰ ਟਕਸਾਲ ਕਿਹਾ ਜਾਂਦਾ। ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ। ਮੰਨ ਲਓ ਕਈ ਧਿਰਾਂ ਨੇ, ਇੱਕ ਵਿਅਕਤੀ ਇਸ ਤਰ੍ਹਾਂ ਦਾ ਜਿਹੜਾ ਸਾਰਿਆਂ ਦੇ ਪੱਖ 'ਚ ਹੀ ਬੋਲਦਾ, ਸਾਰਿਆਂ ਦੇ ਪੱਖ ਦੀ ਗੱਲ ਕਰਦਾ, ਉਹ ਕਿਸੇ ਇੱਕ ਪਾਸੇ ਨਹੀਂ ਹੈਗਾ, ਉਹਨੂੰ ਆਪਾਂ ਕਹਿੰਦੇ ਆ ਨਿਰਪੱਖ। ਜਿਹੜਾ ਕਿਸੇ ਵੀ ਧਿਰ ਦੇ ਨਾਲ ਪੱਖਪਾਤ ਨਾ ਕਰੇ ਉਹਨੂੰ ਕਹਿੰਦੇ ਆ ਨਿਰਪੱਖ। ਦੂਜਿਆਂ ਦਾ ਉਪਕਾਰ ਕਰਨ ਵਾਲਾ, ਜਿਹੜਾ ਕੋਈ ਦੂਜਿਆਂ ਦਾ ਭਲਾ ਕਰੇ, ਉਪਕਾਰ ਕਰੇ, ਉਹਨੂੰ ਆਪਾਂ ਕਹਿੰਦੇ ਆ ਪਰਉਪਕਾਰੀ। ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਗਿਆ ਵਿਅਕਤੀ, ਜਿਹੜਾ ਰਾਏ ਦੇਣ ਵਾਸਤੇ ਇੱਕ ਵਿਅਕਤੀ ਚੁਣ ਲੈਂਦੇ ਉਹਨੂੰ ਆਪਾਂ ਕਹਿੰਦੇ ਆ ਪ੍ਰਤੀਨਿਧ। ਅੱਗੇ ਆ ਜਾਂਦਾ ਘਰ ਵਿੱਚ ਪਹਿਲਾ ਹੋਇਆ ਪੁੱਤਰ ਜਾਂ ਧੀ, ਉਹਨੂੰ ਆਪਾਂ ਕਹਿੰਦੇ ਆ ਪਲੇਠਾ। ਜੇ ਪੁੱਤਰ ਆ ਤਾਂ ਪਲੇਠਾ, ਜੇ ਧੀ ਆ ਤਾਂ ਪਲੇਠੀ। ਤੇ ਇਹਦੇ ਵਾਸਤੇ ਇੱਕ ਹੋਰ ਸ਼ਬਦ ਵੀ ਆ, ਜੇ ਪੁੱਤਰ ਆ ਤਾਂ ਜੇਠਾ, ਜੇ ਧੀ ਆ ਤਾਂ ਜੇਠੀ। ਚਾਹੇ ਪਲੇਠਾ ਤੇ ਜੇਠਾ ਲਿਖ ਲਓ, ਚਾਹੇ ਪਲੇਠੀ ਤੇ ਜੇਠੀ ਲਿਖ ਲਓ, ਇਹ ਠੀਕ, ਤੁਹਾਡੇ ਦੋ ਸਾਰੇ ਸਹੀ ਨੇ। ਅੱਗੇ ਆ ਜਾਂਦਾ ਮੌਤ ਪਿੱਛੋਂ ਆਇਆ ਸਾਲਾਨਾ ਮੌਤ ਦਾ ਦਿਨ, ਉਹਨੂੰ ਆਪਾਂ ਕਹਿੰਦੇ ਆ ਵਰਸੀ। ਵਰਸ ਤੁਹਾਨੂੰ ਹੁਣ ਪਤਾ ਹੀ ਹੋਊਗਾ ਕਿ ਆਪਾਂ ਵਰਸ ਸਾਲ ਨੂੰ ਕਹਿੰਦੇ ਆ, ਤੇ ਜਿਹੜਾ ਮੌਤ ਦੇ ਪਿੱਛੋਂ ਸਾਲਾਨਾ ਮੌਤ ਦਾ ਦਿਨ ਆਉਂਦਾ ਉਹਨੂੰ ਆਪਾਂ ਕਹਿੰਦੇ ਆ ਵਰਸੀ। ਅਗਲਾ ਆ ਜਾਂਦਾ ਆਪਣੇ ਕੋਲੇ ਵੰਡੀ ਜਾਣ ਵਾਲੀ ਜਾਇਦਾਦ ਦਾ ਵੇਰਵਾ, ਕਿ ਕਿੰਨੀ ਕਿਹਨੂੰ ਮਿਲੇ ਕਿਹਨੂੰ ਮਿਲੇ, ਉਸ ਵੇਰਵੇ ਨੂੰ ਕੀ ਕਿਹਾ ਜਾਂਦਾ? ਵਸੀਅਤ। ਇੰਗਲਿਸ਼ 'ਚ ਬਿੱਲ ਕਹਿ ਦਿੰਦੇ ਆ, ਇੰਗਲਿਸ਼ ਦੇ ਬਹੁਤੇ ਚੈਪਟਰਾਂ ਤੁਸੀਂ ਪੜ੍ਹਿਆ ਹੋਊਗਾ। ਵੰਡੀ ਜਾਣ ਵਾਲੀ ਜਾਇਦਾਦ ਦਾ ਵੇਰਵਾ, ਕਿ ਕਿਹਨੂੰ ਕਿੰਨੀ ਮਿਲੇ ਤੇ ਕਿਹਨੂੰ ਕਿੰਨੀ ਮਿਲੇ, ਉਹਨੂੰ ਕਿਹਾ ਜਾਂਦਾ ਵਸੀਅਤ। ਦੂਜੇ ਦੇ ਵਿਸ਼ਵਾਸ ਉੱਤੇ ਪੂਰਾ ਉਤਰਨ ਦੀ ਥਾਂ ਉਲਟਾ ਨੁਕਸਾਨ ਪਹੁੰਚਾਉਣ ਵਾਲਾ, ਉਹਨੂੰ ਆਪਾਂ ਕਹਿੰਦੇ ਆ ਵਿਸ਼ਵਾਸਘਾਤੀ। ਮੰਨ ਲਓ ਆਪਾਂ ਕਿਸੇ ਆਪਣੇ ਦੋਸਤ ਤੇ ਜਾਂ ਆਪਣੇ ਕਿਸੇ ਹੋਰ ਦੂਰ ਦੇ ਸੰਬੰਧੀ ਤੇ ਕੋਈ ਵਿਸ਼ਵਾਸ ਕਰਦੇ ਆ,
ਤੇ ਉਹ ਆਪਣੇ ਨਾਲ ਹੀ ਕਿਸੇ ਕਿਸਮ ਦਾ ਕੋਈ ਧੋਖਾ ਕਰਦੇ ਆ। ਆਪਾਂ ਕਹਿੰਦੇ ਵੀ ਆਪਣੇ ਵਿਸ਼ਵਾਸ ਤੇ ਪੂਰਾ ਨਹੀਂ ਉਤਰਿਆ, ਉਹਦਾ ਵਿਸ਼ਵਾਸਘਾਤੀ ਹੈ। ਤੇ ਜਿਹੜਾ ਵਿਅਕਤੀ ਵਿਸ਼ਵਾਸ ਤੇ ਪੂਰਾ ਉਤਰਨ ਦੀ ਥਾਂ ਉਲਟਾ ਨੁਕਸਾਨ ਪਹੁੰਚਾਵੇ ਉਹਨੂੰ ਕਹਿੰਦੇ ਨੇ ਵਿਸ਼ਵਾਸਘਾਤੀ। ਤੇ ਅੱਗੇ ਆਂਦਾ ਆਖਰੀ ਆਪਣੇ ਕੋਲੇ, ਜੋ ਆਮ ਜਿਹਾ ਨਾ ਹੋਵੇ, ਖਾਸ ਹੋਵੇ, ਹੋਰਾਂ ਨਾਲੋਂ ਅਲੱਗ ਹੋਵੇ, ਉਹਨੂੰ ਆਪਾਂ ਕਹਿੰਦੇ ਆ ਵਿਲੱਖਣ। ਉਹਨੂੰ ਕੀ ਕਹਿੰਦੇ ਆ? ਵਿਲੱਖਣ। ਸੋ ਤੁਹਾਡੇ 10ਵੀਂ ਕਲਾਸ ਦੇ ਜਿਹੜਾ ਪਾਠਕ੍ਰਮ ਦੇ ਵਿੱਚ ਇੰਨੇ ਕੁ ਬਹੁਤੇ ਸ਼ਬਦਾਂ ਥਾਂ ਇੱਕ ਸ਼ਬਦ ਦਿੱਤੇ ਹੋਏ ਨੇ। ਵੈਸੇ ਵੀ ਤੁਹਾਨੂੰ ਇਹ ਹੋਰ ਕਿਤਾਬਾਂ ਦੇ ਵਿੱਚੋਂ ਵੀ, ਛੋਟੀਆਂ ਜਮਾਤਾਂ ਦੇ ਵਿੱਚੋਂ ਵੀ, ਜਾਂ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਮਟੀਰੀਅਲ ਮਿਲਦਾ ਉਹ ਪੜ੍ਹ ਲੈਣਾ ਚਾਹੀਦਾ। ਇਹਦੇ ਨਾਲ ਮੈਂ ਜਿਵੇਂ ਸ਼ੁਰੂ 'ਚ ਹੀ ਦੱਸ ਕੇ ਗਿਆ, ਭਾਸ਼ਾ ਤੇ ਪਕੜ ਬਣਦੀ ਹੈ ਤੁਹਾਡੇ ਕੋਲ ਸ਼ਬਦ ਭੰਡਾਰ ਜਿਹੜਾ ਉਹ ਵੱਧਦਾ ਗਾ। ਤੇ ਜਿੰਨੇ ਤੁਹਾਡੇ ਕੋਲ ਜ਼ਿਆਦਾ ਸ਼ਬਦ ਹੋਣਗੇ, ਤੁਹਾਡਾ ਸ਼ਬਦ ਭੰਡਾਰ ਜ਼ਿਆਦਾ ਅਮੀਰ ਹੋਊਗਾ, ਉਨੀ ਤੁਸੀਂ ਆਪਣੀ ਗੱਲ ਜਿਹੜੀ ਉਹ ਪ੍ਰਭਾਵਸ਼ਾਲੀ ਢੰਗ ਨਾਲ ਘੱਟ ਤੋਂ ਘੱਟ ਸ਼ਬਦਾਂ 'ਚ ਕਹਿ ਸਕਦੇ ਹੋ। ਆਪਾਂ ਤੁਹਾਡੀ ਸਾਹਿਤਮਾਲਾ ਕਿਤਾਬ ਦੇ ਵਿੱਚ ਵੀ ਜਿਹੜਾ ਵਾਰਤਕ ਭਾਗ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਦਾ ਲੇਖ ਸੀ ਬੋਲੀ, ਉਹ ਪੜ੍ਹਿਆ ਸੀ। ਉਹਦੇ ਵਿੱਚ ਵੀ ਉਹਨਾਂ ਨੇ ਸ਼ਬਦਾਂ ਦੀ, ਲਫ਼ਜ਼ਾਂ ਦੀ, ਬੋਲੀ ਦੇ ਮਹੱਤਵ ਬਾਰੇ ਜੋ ਸਾਰੀਆਂ ਗੱਲਾਂ ਕਹੀਆਂ ਨੇ, ਉਹ ਸਾਰੀਆਂ ਗੱਲਾਂ ਦਾ ਜਿਹੜਾ ਮਹੱਤਵ ਆ ਉਹ ਕਿਤੇ ਨਾ ਕਿਤੇ ਉਹ ਮਹੱਤਵ ਸਾਨੂੰ ਇਹਦੇ ਵਿੱਚੋਂ ਹੀ ਸਿੱਖਣ ਨੂੰ ਮਿਲਦਾ। ਜਦੋਂ ਅਸੀਂ ਵਿਆਕਰਨ ਦੀਆਂ ਬਰੀਕ ਚੀਜ਼ਾਂ, ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਜਾਂ ਹੋਰ ਵੀ ਵਿਰੋਧਾਰਥਕ ਸ਼ਬਦ ਜਾਂ ਸਮਾਨਾਰਥਕ ਸ਼ਬਦ ਸਿੱਖਦੇ ਆ, ਇਹਨਾਂ ਸਾਰਿਆਂ ਨਾਲ ਸਾਡੀ ਭਾਸ਼ਾ ਤੇ ਪਕੜ ਬਣਦੀ ਹੈ ਤੇ ਅਸੀਂ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕਦੇ ਹਾਂ। ਤੇ ਦੂਸਰਾ ਆਪਣਾ ਵਿਸ਼ਾ ਹੈਗਾ ਪੁੱਤ ਵਿਰੋਧਾਰਥਕ ਸ਼ਬਦ। ਜਿਵੇਂ ਸ਼ੁਰੂ 'ਚ ਦੱਸਿਆ ਸੀ ਕਿ ਆਪਾਂ ਦੂਸਰਾ ਉਪ ਵਿਸ਼ਾ ਲਿਆ ਵਿਰੋਧਾਰਥਕ ਸ਼ਬਦ। ਇਹਦੀ ਛੋਟੀਆਂ ਜਮਾਤਾਂ ਦੇ ਵਿੱਚ ਹੀ ਪੜ੍ਹ ਕੇ ਆਉਂਦੇ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਵਿਰੋਧੀ ਸ਼ਬਦ ਜਿਹੜੇ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ। ਉਲਟ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਅਸੀਂ ਵਿਰੋਧੀ ਸ਼ਬਦ ਕਹਿੰਦੇ ਆ। ਤੇ ਇਹਦੇ 'ਚ ਬਹੁਤ ਸਾਰੇ ਵਿਰੋਧੀ ਸ਼ਬਦ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਾਂ ਰੋਜ਼ ਰੋਜ਼ਾਨਾ ਗੱਲਬਾਤ ਦੇ ਵਿੱਚ ਆਪਣੇ ਆਲੇ ਦੁਆਲੇ ਘਰ 'ਚ ਵਰਤੋਂ 'ਚ ਆਪਾਂ ਲਿਆਉਂਦੇ ਆ। ਤੇ ਤੁਹਾਨੂੰ ਪਤਾ ਹੀ ਹੈ, ਜਿਵੇਂ ਆਪਾਂ ਕਹਦੇ ਉੱਚਾ ਨੀਵਾਂ, ਗੋਰਾ ਕਾਲਾ, ਲੰਮਾ ਪਤਲਾ, ਲੰਮਾ ਮਧਰਾ, ਪਤਲਾ ਮੋਟਾ, ਇਹ ਸਾਰੇ ਜਿਹੜੇ ਅੰਦਰ ਬਾਹਰ, ਰਾਤ ਦਿਨ, ਇਹ ਸਾਨੂੰ ਸਾਰੇ ਪਹਿਲਾਂ ਹੀ ਆਉਂਦੇ ਹੁੰਦੇ ਨੇ। ਇਹਦੀ ਇੱਕ ਛੋਟੀ ਜਿਹੀ ਸਮਝਣ ਵਾਲੀ ਗੱਲ ਹੁੰਦੀ ਆ। ਪਹਿਲਾਂ ਤਾਂ ਆਪਾਂ ਉਹ ਸਾਂਝੀ ਕਰਾਂਗੇ, ਤੁਹਾਡੇ ਨਾਲ ਡਿਸਕਸ ਕਰਾਂਗੇ, ਤੇ ਫਿਰ ਅੱਗੇ ਚੱਲ ਕੇ ਆਪਾਂ ਸਿਰਫ ਉਹ ਵਿਰੋਧੀ ਸ਼ਬਦਾਂ ਦਾ ਇੱਥੇ ਅਧਿਐਨ ਕਰਾਂਗੇ ਜਿਹੜੇ ਅਕਸਰ ਹੀ ਵਿਦਿਆਰਥੀ ਐਗਜ਼ਾਮ ਦੇ ਵਿੱਚ, ਪੇਪਰਾਂ ਦੇ ਵਿੱਚ ਗਲਤ ਕਰਦੇ ਆ। ਜਿਵੇਂ ਜੇ ਆਪਾਂ ਹੁਣ ਵਿਰੋਧੀ ਸ਼ਬਦਾਂ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਵਿਰੋਧੀ ਸ਼ਬਦ ਜਿਹੜੇ ਉਹ ਅੜਾ ਅਗੇਤਰ ਲਾ ਕੇ ਬਣਦੇ ਨੇ। ਜਿਵੇਂ ਸਫਲਤਾ ਦਾ ਅਸਫਲਤਾ, ਅੱਗੇ ਅੜਾ ਅਗੇਤਰ ਲਾ ਲਿਆ ਤਾਂ ਉਹਦਾ ਉਲਟਾ ਅਰਥ ਬਣ ਜਾਂਦਾ। ਬਹੁਤ ਸਾਰੇ ਵਿਰੋਧੀ ਸ਼ਬਦ ਜਿਹੜੇ ਉਹ ਨਿਰ ਸੇ ਹਰੀ ਨਿਰ ਲਾ ਕੇ ਬਣਦੇ। ਜਿਵੇਂ ਆਸ ਦਾ ਨਿਰਾਸ। ਬਹੁਤ ਸਾਰੇ ਵਿਰੋਧੀ ਸ਼ਬਦ ਅਨ ਲਾ ਕੇ ਬਣਦੇ ਨੇ। ਜਿਵੇਂ ਆਪਾਂ ਕਹਿੰਦੇ ਆ ਘੜਿਆ ਅਣ ਕੜਿਆ, ਪੜਿਆ ਅਨ ਪੜਿਆ ਜਾਂ ਅਨਪੜ੍ਹ। ਇਸ ਤਰ੍ਹਾਂ ਬਹੁਤ ਸਾਰੇ ਵਿਰੋਧੀ ਸ਼ਬਦ ਗੈਰ ਦੇ ਲਾ ਕੇ ਬਣਦੇ ਨੇ। ਜਿਵੇਂ ਆਪਾਂ ਕਹਿੰਦੇ ਆ ਹਾਜ਼ਰ ਦਾ ਗੈਰ ਹਾਜ਼ਰ ਬਣ ਜਾਂਦਾ। ਤੇ ਬਹੁਤ ਸਾਰੇ ਵਿਰੋਧੀ ਸ਼ਬਦ ਅੱਗੇ ਆੜਾ ਲਗਾ ਕੇ, ਜਿਵੇਂ ਆਪਾਂ ਅਸਫਲਤਾ ਕਿਹਾ ਸੀ, ਉਸ ਤਰ੍ਹਾਂ ਸਮਰੱਥ ਦਾ ਅਸਮਰੱਥ ਵੀ ਬਣ ਜਾਂਦਾ। ਤੋ ਇਹ ਤਾਂ ਕੁਝ ਨਿਯਮ ਨੇ ਜਿਹੜੇ ਪੰਜਾਬੀ ਦੇ ਵਿੱਚ ਆਪਾਂ ਸ਼ਬਦਾਂ ਨੂੰ ਉਲਟਾ ਅਰਥ ਵਾਲਾ ਸ਼ਬਦ ਬਣਾਉਣ ਵਾਸਤੇ ਕੁਝ ਅਗੇਤਰ ਲਗਾ ਲੈਂਦੇ ਆ। ਤੇ ਹੁਣ ਆਪਾਂ ਇੱਥੇ ਸਾਂਝੇ ਕਰੂੰਗਾ ਮੈਂ ਤੁਹਾਡੇ ਨਾਲ ਸਿਰਫ ਉਹ ਵਿਰੋਧੀ ਸ਼ਬਦ ਜਿਹੜੇ ਤੁਸੀਂ ਅਕਸਰ ਹੀ ਪੇਪਰਾਂ ਦੇ ਵਿੱਚ ਜਾਂ ਟੈਸਟਾਂ ਦੇ ਵਿੱਚ ਗਲਤ ਕਰਦੇ ਹੋ। ਸਭ ਤੋਂ ਪਹਿਲਾਂ ਆਪਾਂ ਲੈਂਦੇ ਆ ਉਸਰਨਾ। ਉਸਰਨਾ ਦਾ ਮਤਲਬ ਕੀ ਹੁੰਦਾ? ਕਿਸ ਚੀਜ਼ ਨੂੰ ਬਿਲਡ ਕਰਨਾ। ਕੋਈ ਚੀਜ਼ ਬਿਲਡ ਹੋ ਰਹੀ ਆ, ਉਸਰ ਰਹੀ ਆ ਉੱਪਰ ਨੂੰ। ਉਸਰਨਾ ਦਾ ਮਤਲਬ ਕੋਈ ਚੀਜ਼ ਉੱਪਰ ਵੱਲ ਨੂੰ ਕੋਈ ਜਿਹੜੀ ਆਕਾਰ ਗ੍ਰਹਿਣ ਕਰ ਰਹੀ, ਉਹਨੂੰ ਆਪਾਂ ਉਹਦਾ ਵਿਰੋਧੀ ਸ਼ਬਦ ਲਿਖਾਂਗੇ ਢਹਿਣਾ। ਉਸਰਨਾ ਦਾ ਢਹਿਣਾ। ਸਲਾਉਣਾ, ਸਲਾਉਣਾ ਹੁੰਦੀ ਹੈ ਕਿਸੇ ਦੀ ਪ੍ਰਸ਼ੰਸਾ ਕਰਨੀ, ਤੇ ਇਹਦਾ ਵਿਰੋਧੀ ਸ਼ਬਦ ਕੀ ਆਊਗਾ? ਨਿੰਦਣਾ। ਉੱਜੜਨਾ ਦਾ ਵਿਰੋਧੀ ਸ਼ਬਦ ਆਊਗਾ ਵਸਣਾ। ਉੱਜੜਨਾ ਦਾ ਵਸਣਾ। ਉਲਝਣਾ, ਸੁਲਝਣਾ। ਉਲਝਣਾ ਮਤਲਬ ਕੋਈ ਕਿਸੇ ਦੁਬਿਧਾ ਦੇ ਵਿੱਚ ਪੈ ਜਾਣਾ। ਸੁਲਝਣਾ ਮਤਲਬ ਦੁਬਿਧਾ ਚੋਂ ਨਿਕਲ ਜਾਣਾ, ਸੁਲਝਣਾ। ਸਵਾਰਨਾ, ਵਿਗਾੜਨਾ। ਸੁਧਰਨਾ, ਵਿਗੜਨਾ। ਇਹ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ। ਜਿਵੇਂ ਹੁਣ ਜੇ ਸਵਾਰਨਾ ਦਾ ਆਇਆ ਤਾਂ ਵਿਰੋਧੀ ਸ਼ਬਦ ਵਿਗਾੜਨਾ ਆਊਗਾ, ਜੇ ਸੁਧਰਨਾ ਆਇਆ ਤਾਂ ਵਿਗੜਨਾ ਆਊਗਾ। ਜਿਸ ਤਰ੍ਹਾਂ ਦਾ ਰੂਪ ਦਾ ਅੱਗੇ ਸ਼ਬਦ ਲਿਖਿਆ, ਉਸੇ ਰੂਪ ਦੇ ਹੀ ਆਪਾਂ ਉਹਦਾ ਵਿਰੋਧੀ ਸ਼ਬਦ ਜਿਹੜਾ ਸਾਹਮਣੇ ਲਿਖਣਾ ਹੁੰਦਾ। ਅੱਗੇ ਆਪਣੇ ਕੋਲੇ ਸ਼ਬਦ ਆ ਜਾਂਦਾ ਉਦਮ। ਉਦਮ ਦਾ ਵਿਰੋਧੀ ਸ਼ਬਦ ਅਕਸਰ ਹੀ ਬੱਚੇ ਗਲਤ ਕਰ ਦਿੰਦੇ ਆ। ਉਦਮ ਦਾ ਵਿਰੋਧੀ ਸ਼ਬਦ ਹੁੰਦਾ ਆਲਸ। ਉਦਮ ਉਹ ਜਿਹੜਾ ਕਿ ਉਦਮੀ ਆ, ਯਾਨੀ ਉਪਰਾਲਾ ਕਰਨ ਵਾਲਾ, ਕੋਸ਼ਿਸ਼ ਯਤਨ ਕਰਨ ਵਾਲਾ, ਹਿੰਮਤੀ ਵਿਅਕਤੀ, ਉਹਨੂੰ ਆਪਾਂ ਉਦਮੀ ਕਹਿੰਦੇ ਆ। ਤੇ ਦੂਸਰੇ ਪਾਸੇ ਜਿਹੜਾ ਜਮੀ ਕੋਈ ਉਪਰਾਲਾ ਨਹੀਂ ਕਰਦਾ, ਯਤਨ ਨਹੀਂ ਕਰਦਾ, ਸੁਸਤ ਰਹਿੰਦਾ ਕੰਮ ਕਰਕੇ ਰਾਜੀ, ਨੂੰ ਆਪਾਂ ਕਹਿੰਦੇ ਆਲਸੀ ਜਾਂ ਆਲਸ। ਉਦਮ ਦਾ ਵਿਰੋਧੀ ਸ਼ਬਦ ਆਲਸ। ਆਮਦਨ ਦਾ ਵਿਰੋਧੀ ਸ਼ਬਦ ਖਰਚ। ਸੁਖਾਂਤ ਦਾ ਵਿਰੋਧੀ ਸ਼ਬਦ ਦੁਖਾਂਤ। ਹਿੰਸਾ ਦਾ ਵਿਰੋਧੀ ਸ਼ਬਦ ਅਹਿੰਸਾ। ਚੰਗਿਆਈ ਦਾ ਵਿਰੋਧੀ ਸ਼ਬਦ ਬੁਰਿਆਈ। ਨੇਕੀ ਦਾ ਵਿਰੋਧੀ ਸ਼ਬਦ ਬਦੀ। ਨੇਕੀ ਦਾ ਬਦੀ। ਨੇਕੀ ਹੁੰਦੀ ਆ ਕੋਈ ਚੰਗਾ ਕੰਮ, ਬਦੀ ਹੁੰਦਾ ਮਾੜਾ ਕੰਮ। ਹੁਣ ਦੁਸ਼ਹਿਰਾ ਆ ਰਿਹਾ, ਦੁਸ਼ਹਿਰੇ ਵੇਲੇ ਅਕਸਰ ਹੀ ਕਿਹਾ ਜਾਂਦਾ ਕਿ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਹੈ ਜਿਹੜਾ ਦੁਸ਼ਹਿਰਾ ਹੈਗਾ। ਇਹਦੇ 'ਚ ਨੇਕੀ ਜਿਹੜੀ ਜਿੱਤਦੀ ਹੈ ਤੇ ਬਦੀ ਜਿਹੜੀ ਹਾਰਦੀ ਹੈ। ਇਸ ਕਰਕੇ ਵਿਰੋਧੀ ਸ਼ਬਦ ਨੇਕੀ ਦਾ ਕੀ ਹੋਊਗਾ? ਬਦੀ। ਅੱਗੇ ਸੰਘਣਾ ਦਾ ਵਿਰੋਧੀ ਸ਼ਬਦ ਹੁੰਦਾ ਵਿਰਲਾ। ਸੂਨ ਦਾ ਵਿਰੋਧੀ ਸ਼ਬਦ ਹੁੰਦਾ ਸਖੀ। ਤਾਰਨਾ ਦਾ ਵਿਰੋਧੀ ਸ਼ਬਦ ਹੁੰਦਾ ਡੋਬਣਾ।
ਜੇ ਤਰਨਾ ਹੋਵੇ ਤਾਂ ਡੁੱਬਣਾ, ਜੇ ਤਾਰਨਾ ਹੋਵੇ ਤਾਂ ਡੋਬਣਾ। ਮੰਨਣਾ ਦਾ ਵਿਰੋਧੀ ਸ਼ਬਦ ਰੁੱਸਣਾ ਜਾਂ ਮੁੱਕਰਨਾ। ਅਗਾੜੀ ਦਾ ਵਿਰੋਧੀ ਸ਼ਬਦ ਪਿਛਾੜੀ। ਅਮਨ ਦਾ ਵਿਰੋਧੀ ਸ਼ਬਦ ਜੰਗ। ਅਮਨ ਸ਼ਾਂਤੀ ਹੁੰਦੀ ਹੈ ਤੇ ਉਹਦਾ ਵਿਰੋਧੀ ਸ਼ਬਦ ਜੰਗ। ਆਸਾ ਦਾ ਵਿਰੋਧੀ ਸ਼ਬਦ ਨਿਰਾਸ਼ਾ। ਸਰਾਪ ਦਾ ਵਿਰੋਧੀ ਸ਼ਬਦ ਹੁੰਦਾ ਵਰ। ਸੱਜਣ ਦਾ ਵਿਰੋਧੀ ਸ਼ਬਦ ਹੁੰਦਾ ਵੈਰੀ ਜਾਂ ਦੁਰਜਨ ਵੀ ਲਿਖ ਸਕਦੇ ਹੋ ਤੁਸੀਂ, ਵੈਰੀ ਜਾਂ ਦੁਰਜਨ। ਸੋਗ ਦਾ ਵਿਰੋਧੀ ਸ਼ਬਦ ਹੁੰਦਾ ਹਰਖ। ਇੱਥੇ ਹਰਖ ਆ ਜਿਹੜਾ, ਇਹਨੂੰ ਤੁਸੀਂ ਉਹ ਨਹੀਂ ਸਮਝ ਲੈਣਾ ਜਿਵੇਂ ਆਪਾਂ ਕਹਿ ਦਈਏ ਕਿ ਮੈਨੂੰ, ਜਿਵੇਂ ਆਪਾਂ ਕਹਿ ਦਈਏ ਕਿ ਫਲਾਣੇ ਵਿਅਕਤੀ ਨੂੰ ਫਲਾਣੇ ਵਿਅਕਤੀ ਤੇ ਹਰਖ ਚੜ ਗਿਆ, ਉਹ ਹਰਖ, ਉਹ ਗੁੱਸਾ ਹੁੰਦਾ, ਇਹ ਹਰਖ ਆ। ਹਰਖ ਨਹੀਂ ਹੈਗਾ, ਹਰਖ ਆ। ਇਹਦਾ ਮਤਲਬ ਨਾ ਖੁਸ਼ੀ। ਸੋਗ ਦਾ ਵਿਰੋਧੀ ਸ਼ਬਦ ਹਰਖ। ਹਰਾਮ ਦਾ ਵਿਰੋਧੀ ਸ਼ਬਦ ਹੁੰਦਾ ਹਲਾਲ। ਨਰਕ ਦਾ ਵਿਰੋਧੀ ਸ਼ਬਦ ਹੁੰਦਾ ਸੁਰਗ, ਸਵਰਗ ਵੀ ਲਿਖ ਸਕਦੇ ਤੁਸੀਂ। ਆਸਤਕ ਦਾ ਵਿਰੋਧੀ ਸ਼ਬਦ ਨਾਸਤਕ। ਗੁਪਤ ਦਾ, ਗੁਪਤ ਹੁਣ ਕੀ ਹੁੰਦਾ? ਗੁਪਤ ਦਾ ਮਤਲਬ ਲੁਕਿਆ ਹੋਇਆ, ਜਿਹੜੀ ਚੀਜ਼ ਸਾਹਮਣੇ ਨਜ਼ਰ ਨਹੀਂ ਆਉਂਦੀ ਉਹਨੂੰ ਆਪਾਂ ਕਹਿੰਦੇ ਆ ਗੁਪਤ। ਤੇ ਗੁਪਤ ਦਾ ਸੀਕ੍ਰੇਟ ਇੰਗਲਿਸ਼ ਚ ਕਹਿ ਦਿੰਦੇ ਆਪਾਂ। ਤੇ ਇਹਦਾ ਵਿਰੋਧੀ ਸ਼ਬਦ ਪੰਜਾਬੀ ਹੁੰਦਾ ਪ੍ਰਗਟ। ਪ੍ਰਗਟ ਹੋ ਗਈ ਜਿਹੜੀ ਚੀਜ਼ ਸਾਹਮਣੇ ਆ ਗਈ। ਬੇਹਾ ਦਾ ਵਿਰੋਧੀ ਸ਼ਬਦ ਹੁੰਦਾ ਸੱਜਰਾ। ਭੁੱਖਾ ਜੇ ਸ਼ਬਦ ਲਈਏ ਤਾਂ ਆਪਾਂ ਦਾ ਵਿਰੋਧੀ ਸ਼ਬਦ ਲਿਖਾਂਗੇ ਰੱਜਿਆ। ਢਿੱਲਾ ਦਾ ਵਿਰੋਧੀ ਸ਼ਬਦ ਲਵਾਂਗੇ ਆਪਾਂ ਕੱਸਿਆ ਹੋਇਆ। ਤਿੱਖਾ ਦਾ ਵਿਰੋਧੀ ਸ਼ਬਦ ਆਪਾਂ ਲਵਾਂਗੇ ਖੁੰਡਾ। ਅਕਿਰਤਕਣ ਦਾ ਵਿਰੋਧੀ ਸ਼ਬਦ ਆਪਾਂ ਲਵਾਂਗੇ ਕਿਰਤੱਗ। ਠੀਕ ਆ, ਇਹ ਆਪਾਂ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਵਿੱਚ ਵੀ ਪੜਿਆ ਸੀ। ਉਹ ਵਿਅਕਤੀ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਜਾਣਦਾ ਉਹਨੂੰ ਆਪਾਂ ਕਿਰਤੱਗ ਕਹਿੰਦੇ ਆ। ਜਿਹੜਾ ਕਿਸੇ ਕੀਤੇ ਉਪਕਾਰ ਨੂੰ ਨਹੀਂ ਜਾਣਦਾ ਉਹਨੂੰ ਆਪਾਂ ਅਕਿਰਤਕਣ ਕਹਿੰਦੇ ਆ। ਇਸ ਕਰਕੇ ਕਿਰਤੱਗ ਤੇ ਅਕਿਰਤਕਣ ਆਪਸ ਚ ਦੋਵੇਂ ਵਿਰੋਧੀ ਸ਼ਬਦ ਨੇ। ਇਹ ਬੇਟਾ ਇੰਨੇ ਕੁ ਵਿਰੋਧੀ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਸੀ ਜਿਹੜੇ ਤੁਸੀਂ ਅਕਸਰ ਹੀ ਗਲਤ ਕਰਦੇ ਹੋ ਜਾਂ ਕਨਫਿਊਜ਼ ਹੋ ਜਾਂਦੇ ਹੋ, ਤੁਹਾਡੇ ਯਾਦ ਨਹੀਂ ਰਹਿੰਦੇ। ਇਹਨਾਂ ਨੂੰ ਯਾਦ ਕਰ ਲੈਣਾ। ਜਿਹੜਾ ਅੱਜ ਆਪਾਂ ਅਧਿਐਨ ਕਰਿਆ ਵਿਰੋਧਾਰਥਕ ਸ਼ਬਦਾਂ ਦਾ ਤੇ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਦਾ, ਇਹ ਅਧਿਐਨ ਆਪਣਾ ਜੇ ਤੁਸੀਂ ਆਪਣੀ ਕਿਤਾਬਾਂ ਤੇ ਦੇਖੋਗੇ ਤਾਂ ਪੰਨਾ ਨੰਬਰ 136 ਤੋਂ ਲੈ ਕੇ 141 ਤੱਕ ਦਾ ਇਹਨੂੰ ਪੜ੍ਹ ਲੈਣਾ। 15-20 ਮਿੰਟ ਲੱਗਣੇ ਆ। ਜੇ ਪੜ੍ਹ ਲਓਗੇ ਤਾਂ ਚੰਗੀ ਤਰ੍ਹਾਂ ਜਿਹੜੀ ਗੱਲ ਇੱਥੇ ਆਪਾਂ ਡਿਸਕਸ ਕੀਤੀ ਉਹ ਚੰਗੀ ਤਰ੍ਹਾਂ ਤੁਹਾਡੀ ਪਕੜ ਦੇ ਵਿੱਚ ਆ ਜੂਗੀ ਤੇ ਤੁਹਾਡੇ ਚੇਤਿਆਂ ਦਾ ਹਿੱਸਾ ਬਣ ਜੂਗੀ। ਸੋ ਅੱਜ ਦੀ ਆਪਣੀ ਆਨਲਾਈਨ ਜਮਾਤ ਜਿਹੜੀ ਇੱਥੇ ਹੀ ਸਮਾਪਤ ਹੁੰਦੀ ਆ। ਆਪਾਂ ਜਲਦ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।